ਅੱਜ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸ ਸਿੱਖਿਆ ਮੰਤਰੀ ਦੀ ਜਿਸ ਵੱਲੋਂ ਹੁਕਮ ਦਿੱਤੇ ਗਏ ਬੇਰੋਜ਼ਗਾਰ ਅਧਿਆਪਕਾਂ ਨੂੰ ਕੁੱਟਣ ਦੇ ਤੇ ਇਹ ਹੁਕਮ ਲਾਈਵ ਹੁਕਮ ਕੈਮਰੇ ਦੇ ਵਿੱਚ ਕੈਦ ਵੀ ਹੋ ਗਏ ਨੇ। ਜੀ ਹਾਂ, ਵਿਜੇ ਇੰਦਰ ਸਿੰਗਲਾ ਦੀ ਅਸੀਂ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਬੇहद ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਬੇਰੋਜ਼ਗਾਰ ਅਧਿਆਪਕਾਂ ਨੂੰ ਕੁੱਟਣ ਦੇ ਹੁਕਮ ਡੀਐਸਪੀ ਨੂੰ ਦਿੱਤੇ। ਸ਼ਰੇਆਮ ਹੁਕਮ ਦਿੱਤੇ ਜਾ ਰਹੇ ਨੇ ਤੇ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਮੰਤਰੀ ਵਿਜੇ ਇੰਦਰ ਸਿੰਗਲਾ ਦੇ ਵਿਗੜੇ ਹੋਏ ਬੋਲ ਵੀ ਤੁਹਾਨੂੰ ਸੁਣਾਵਾਂਗੇ, ਪਰ ਤੁਹਾਨੂੰ ਵੱਡੀ ਖਬਰ ਇਸ ਵੇਲੇ ਦੱਸ ਰਹੇ ਹਾਂ। ਬਰਨਾਲਾ 'ਚ ਸਿੱਖਿਆ ਮੰਤਰੀ ਦੇ ਸਾਹਮਣੇ ਮੁਜ਼ਾਹਰਾ ਕਰ ਰਹੇ ਸਨ ਬੇਰੋਜ਼ਗਾਰ ਅਧਿਆਪਕ। ਵਿਜੇ ਇੰਦਰ ਸਿੰਗਲਾ ਨੂੰ ਇਹ ਗੱਲ ਇੰਨੀ ਖਟਕ ਗਈ ਕਿ ਇਹਨਾਂ ਅਧਿਆਪਕਾਂ ਦੀ ਹਿੰਮਤ ਕਿੱਦਾਂ ਹੋ ਗਈ, ਜੁਰਤ ਕਿੱਦਾਂ ਹੋ ਗਈ ਇਹਨਾਂ ਦੇ ਕਾਫਲੇ ਦੇ ਕੋਲ ਆਉਣ ਦੀ। ਨੌਨਸੈਂਸ ਸ਼ਬਦ ਦਾ ਪ੍ਰਯੋਗ ਤਾਂ ਕੀਤਾ ਹੀ ਕੀਤਾ, ਪਰ ਉਸ ਤੋਂ ਬਾਅਦ ਜੋ ਪੰਜਾਬੀ ਦੀਆਂ ਗਾਲਾਂ ਅਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਵਿਜੇ ਇੰਦਰ ਸਿੰਗਲਾ ਵੱਲੋਂ ਕੀਤਾ ਗਿਆ, ਸਪਸ਼ਟ ਤੌਰ ਤੇ ਤਾਂ ਅਸੀਂ ਤੁਹਾਨੂੰ ਨਹੀਂ ਸੁਣਾ ਸਕਦੇ, ਪਰ ਤੁਹਾਨੂੰ ਇੰਨਾ ਇਸ਼ਾਰਾ ਜ਼ਰੂਰ ਦੇ ਸਕਦੇ ਹਾਂ ਕਿ ਜਿਹੜੀ ਸ਼ਬਦਾਵਲੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵਰਤੀ, ਸ਼ਾਇਦ ਉਹ ਕੋਈ ਤੜੀਪਾਰ ਬਦਮਾਸ਼ ਜਾਂ ਫਿਰ ਗਲੀ ਦਾ ਗੁੰਡਾ ਵੀ ਵਰਤਨ ਤੋਂ ਗੁਰੇਜ਼ ਕਰੇ, ਪਰ ਇਹ ਤਾਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਸੀ ਜਿਨ੍ਹਾਂ ਨੇ ਸ਼ਰੇਆਮ ਹੁਕਮ ਦਿੱਤਾ ਡੀਐਸਪੀ ਨੂੰ ਕਿ ਕੀ ਇਹ ਨੌਨਸੈਂਸ ਕਰ ਰਹੇ ਨੇ ਅਧਿਆਪਕ, ਇਹਨਾਂ ਨੂੰ ਕੁੱਟੋ ਤੇ ਗੱਡੀ ਦੇ ਵਿੱਚ ਸੁੱਟੋ। ਤੇ ਨਾਲ ਪੰਜਾਬੀ ਦੀਆਂ ਜਿਹੜੀਆਂ ਗਾਲਾਂ ਦਾ ਇਸਤੇਮਾਲ ਉਹਨਾਂ ਵੱਲੋਂ ਕੀਤਾ ਗਿਆ ਉਹ ਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ। ਸਪਸ਼ਟ ਤੌਰ ਤੇ ਇੱਕ ਸੁਨੇਹਾ ਦੇਣ ਦੀ, ਇੱਕ ਨਜ਼ੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵਿਜੇ ਇੰਦਰ ਸਿੰਗਲਾ ਵੱਲੋਂ ਕਿ ਜੇਕਰ ਕੋਈ ਵੀ ਅਜਿਹਾ ਬੇਰੋਜ਼ਗਾਰ ਅਧਿਆਪਕ ਜਾਂ ਫਿਰ ਹੋਰ ਕੋਈ ਮੁਜ਼ਾਹਰਾਕਾਰੀ ਅਜਿਹੀ ਗੁਸਤਾਖੀ ਕਰ ਲੇਗਾ, ਕੋਈ ਸਵਾਲ ਪੁੱਛਣ ਦੀ ਸਰਕਾਰ ਦੇ ਕੋਲੋਂ ਜਾਂ ਫਿਰ ਉਹਨਾਂ ਦੇ ਕਾਫਲੇ ਨੂੰ ਰੋਕਣ ਦੀ ਜਾਂ ਫਿਰ ਉਹਨਾਂ ਦੇ ਸਾਹਮਣੇ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਦੀ, ਤਾਂ ਕੋਈ ਵੀ ਗੁਰੇਜ਼ ਸਰਕਾਰੀ ਮੰਤਰੀ ਵੱਲੋਂ ਨਹੀਂ ਕੀਤਾ ਜਾਏਗਾ। ਡੀਐਸਪੀ ਨੂੰ ਜਾਂ ਫਿਰ ਪੁਲਿਸ ਮਹਿਕਮੇ ਨੂੰ ਖੁੱਲੇ ਆਰਡਰ ਦਿੱਤੇ ਜਾਣਗੇ ਕਿ ਇਹਨਾਂ ਨੂੰ ਕੁੱਟੋ ਤੇ ਗੱਡੀ ਦੇ ਅੰਦਰ ਸੁੱਟੋ। ਕੀ ਕੁਝ ਕਹਿੰਦੇ ਵਿਖਾਈ ਦਿੱਤੇ ਵਿਜੇ ਇੰਦਰ ਸਿੰਗਲਾ, ਤੁਹਾਨੂੰ ਵਿਖਾਉਂਦੇ ਹਾਂ। ਮੈਂ ਤਾਂ ਹੁਣੇ ਕਰ ਦਿੰਦੇ ਸਰ ਇੱਥੇ ਕਰੋਗੇ ਇਨਫੋਰਮ ਤਾਂ ਕਰੋਗਾ ਵਾਟ ਇਜ਼ ਯੋਰ ਮੈਨੂੰ ਦੱਸਿਆ ਹੈ ਇਹ 10 ਗੱਲ ਹੈ ਆਈ ਡੂ ਨੋ ਅਬਾਊਟ ਇਟ ਇਹਦਾ ਦਿਸ ਨੋਨਸੈਂਸ ਇਜ਼ ਹੈਪਨਿੰਗ ਤੇ ਮੈਂ ਤਾਂ ਹੁਣੇ ਕਰ ਦਿੰਦੇ ਸਰ ਇੱਥੇ ਕਰੋਗੇ। ਤਾਂ ਵਿਜੇ ਇੰਦਰ ਸਿੰਗਲਾ ਨੂੰ ਤੁਸੀਂ ਸੁਣਿਆ, ਇਹ ਸਿੱਖਿਆ ਮੰਤਰੀ ਨੇ ਸੂਬੇ ਦੇ ਬੇਰੋਜ਼ਗਾਰ ਅਧਿਆਪਕ ਸੜਕਾਂ ਦੇ ਉੱਪਰ ਮੁਜ਼ਾਹਰਾ ਕਰਨ ਨੂੰ ਮਜਬੂਰ ਹੋ ਰਹੇ ਨੇ। ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਉਹਨਾਂ ਨੂੰ ਨਿਤ ਦਿਨ ਡਾਂਗਾਂ ਸੋਟੇ ਖਾਣੇ ਪੈ ਰਹੇ ਨੇ, ਪਰ ਅਕਸਰ ਵਿਲਨ ਭਾਵੇਂ ਪੰਜਾਬ ਪੁਲਿਸ ਹੁੰਦੀ ਹੈ, ਪਰ ਪੰਜਾਬ ਪੁਲਿਸ ਦੇ ਪਿੱਛੇ ਕਿਸ ਦਾ ਹੱਥ ਹੈ, ਕੌਣ ਇਹਨਾਂ ਨੂੰ ਆਰਡਰ ਦਿੰਦਾ ਹੈ, ਅੱਜ ਇਹ ਗੱਲ ਸਪਸ਼ਟ ਜਗ ਜ਼ਾਹਰ ਹੋ ਗਈ ਹੈ। ਕਾਂਗਰਸ ਦੇ ਮੰਤਰੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਡੀਐਸਪੀ ਨੂੰ ਹੁਕਮ ਦੇ ਰਹੇ ਨੇ ਕਿ ਇਹ ਕੀ ਨੌਨਸੈਂਸ ਚੱਲ ਰਹੀ ਹੈ, ਤੁਸੀਂ ਇਹਨਾਂ ਨੂੰ ਕੁੱਟੋ ਤੇ ਗੱਡੀ ਦੇ ਅੰਦਰ ਸੁੱਟੋ। ਤੇ ਉਸ ਤੋਂ ਬਾਅਦ ਇੱਕ ਪਪਟ ਦੇ ਤੌਰ ਦੇ ਉੱਪਰ ਖੜੇ ਡੀਐਸਪੀ ਸਾਹਿਬ ਵੀ ਕਹਿੰਦੇ ਲਓ ਜੀ ਹੁਣੇ ਲਓ, ਕਿਉਂਕਿ ਹੁਕਮ ਤਾਂ ਉਹਨਾਂ ਨੂੰ ਹੁਣ ਮਿਲ ਹੀ ਚੁੱਕੇ ਨੇ ਸਿੱਖਿਆ ਮੰਤਰੀ ਦੇ ਕੋਲੋਂ। ਤੇ ਉਸ ਤੋਂ ਬਾਅਦ ਹੁਣ ਕਿਸੇ ਦੀ ਲੱਤ ਟੁੱਟੇ ਜਾਂ ਫਿਰ ਕੋਈ ਅਧਿਆਪਕ ਫੱਟੜ ਹੋਵੇ, ਡੀਐਸਪੀ ਦੀ ਵੀ ਕੋਈ ਜ਼ਿੰਮੇਵਾਰੀ ਨਹੀਂ ਰਹਿ ਜਾਵੇਗੀ, ਕਿਉਂਕਿ ਹੁਕਮ ਸਿੱਧਾ ਵਿਜੇ ਇੰਦਰ ਸਿੰਗਲਾ ਦੇ ਮੂੰਹੋਂ ਨਿਕਲਿਆ। ਇਹ ਉਹ ਬਿਆਨ ਹੈ ਜਿਹੜਾ ਕਿ ਲੰਬੇ ਸਮੇਂ ਤੱਕ ਟੀਚਰਾਂ ਨੂੰ ਵੀ ਯਾਦ ਰਹਿਣਾ ਚਾਹੀਦਾ ਹੈ ਤੇ ਸੂਬੇ ਦੀ ਜਨਤਾ ਨੂੰ ਵੀ ਯਾਦ ਰਹਿਣਾ ਚਾਹੀਦਾ ਹੈ ਕਿ ਇੱਕ ਸਿੱਖਿਆ ਮੰਤਰੀ ਕਿੱਦਾਂ ਡੀਐਸਪੀ ਨੂੰ ਹੁਕਮ ਦੇ ਰਿਹਾ ਕਿ ਇਹਨਾਂ ਨੂੰ ਕੁੱਟ-ਕੁੱਟ ਕੇ ਗੱਡੀ ਦੇ ਅੰਦਰ ਸੁੱਟੋ। ਤੇ ਅਧਿਆਪਕ ਯੂਨੀਅਨ ਦੇ ਆਗੂ ਇਸ ਵੇਲੇ ਸੁਖਵਿੰਦਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ ਪੀਟੀਸੀ ਤੇ। ਪਰ ਨਾਲ ਹੀ ਸਾਨੂੰ ਅੱਜ ਹਮਦਰਦੀ ਵੀ ਹੈ ਤੁਹਾਡੇ ਨਾਲ, ਕਿਉਂਕਿ ਅਸੀਂ ਜੋ ਬਿਆਨ ਵਿਜੇ ਇੰਦਰ ਸਿੰਗਲਾ ਦਾ ਸੁਣਿਆ ਉਸ ਤੋਂ ਬਾਅਦ ਸੁਣ ਕੇ ਸਪਸ਼ਟ ਹੋ ਜਾਂਦਾ ਹੈ ਕਿ ਤੁਸੀਂ ਜਿੰਨੇ ਮਰਜ਼ੀ ਧਰਨੇ ਦੇ ਲਓ, ਜਿੰਨੀਆਂ ਮਰਜ਼ੀ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰ ਲਓ, ਸਿੱਖਿਆ ਮੰਤਰੀ ਤਾਂ ਖੁਦ ਇੱਥੇ ਡੀਐਸਪੀ ਨੂੰ ਕਹਿੰਦੇ ਸੁਣਾਈ ਦਿੱਤੇ ਕਿ ਨੌਨਸੈਂਸ ਚੱਲ ਰਹੀ ਹੈ, ਇਹਨਾਂ ਨੂੰ ਕੁੱਟੋ ਤੇ ਗੱਡੀ ਦੇ ਅੰਦਰ ਸੁੱਟੋ। ਨਾਲ ਜਿਹੜੀ ਗੱਲ ਵੀ ਉਹਨਾਂ ਨੇ ਵਰਤੀ ਹੈ, ਸ਼ਾਇਦ ਕੋਈ ਤੜੀਪਾਰ ਬਦਮਾਸ਼ ਵੀ ਨਾ ਵਰਤੇ। ਤੁਹਾਡਾ ਪ੍ਰਤੀਕਰਮ ਚਾਹਾਂਗੇ ਕਿ ਹੁਣ ਆਸ ਰਹਿ ਜਾਂਦੀ ਹੈ ਕੋਈ ਪੰਜਾਬ ਸਰਕਾਰ ਦੇ ਕੋਲੋਂ ਇਹ ਬਿਆਨ ਸੁਣਨ ਤੋਂ ਬਾਅਦ? ਜੀ ਸਰ, ਬਹੁਤ ਦੁਖਦਾਈ ਗੱਲ ਹੈ ਕਿਸੇ ਸੂਬੇ ਦਾ ਸਿੱਖਿਆ ਮੰਤਰੀ ਪਹਿਲੀ ਗੱਲ ਤਾਂ ਥਾਣੇਦਾਰੀ ਕਰੇ, ਤੇ ਦੂਜੀ ਗੱਲ ਉਹ ਸ਼ਬਦ ਜਿਹੜੇ ਸਿੱਖਿਆ ਮੰਤਰੀ ਹੋਣ ਬਦੌਲਤ, ਸਿੱਖਿਆ ਮੰਤਰੀ ਹੋਣ ਨਾਤੇ ਜਿਹਨੇ ਸਿੱਖਿਆ ਪ੍ਰੋਵਾਈਡ ਕਰਨੀ ਹੈ, ਜਿਹੜੇ ਅਧਿਆਪਕਾਂ ਨੇ ਪੰਜਾਬ ਸਕੂਲਾਂ ਦੇ ਵਿੱਚ ਸਿੱਖਿਆ ਵੰਡਣੀ ਹੈ, ਸਿੱਖਿਆ ਦੇਣੀਆਂ, ਬੱਚਿਆਂ ਨੂੰ ਨੈਤਿਕਤਾ ਪੜ੍ਹਾਉਣੀ ਆ, ਉਹਨਾਂ ਵਾਸਤੇ ਅਜਿਹੇ ਸ਼ਬਦ ਵਰਤੇ ਜਾਣੇ ਬਹੁਤ ਨਿੰਦਾਜਨਕ ਹੈ ਇੱਥੋਂ ਦੇ ਸਿੱਖਿਆ ਮੰਤਰੀ ਦਾ, ਜਿਹਦੇ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਅਸਲ ਦੇ ਵਿੱਚ ਕਾਂਗਰਸ ਸਰਕਾਰ ਸੱਚੀ ਮੁੱਚੀ ਸਿੱਖਿਆ ਮੰਤਰੀ ਇਸ ਅਹੁਦੇ ਤੇ ਰਹਿਣ ਦੇ ਯੋਗ ਨਹੀਂ।
ਸੱਚੀ ਮੁੱਚੀ ਉਹ ਬੇਰੁਜ਼ਗਾਰ ਅਧਿਆਪਕਾਂ ਦੇ ਸੱਚੀ ਮੁੱਚੀ ਉਹ ਸਿੱਖਿਆ ਢਾਂਚੇ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਮਾਰੂ ਪਾਸੇ ਨੂੰ ਲਿਜਾਣ ਵਾਸਤੇ ਜ਼ਿੰਮੇਵਾਰ ਹੈ। ਪਿਛਲੇ ਲੰਬੇ ਸਮੇਂ ਤੋਂ ਅਸੀਂ ਵਾਰ-ਵਾਰ ਬੇਨਤੀਆਂ ਕਰਦੇ ਹਾਂ, ਅੱਜ ਵੀ ਸਾਡੀ ਬੇਨਤੀ ਇਹੀ ਸੀ ਕਿ ਸਿੱਖਿਆ ਮੰਤਰੀ ਸਾਹਿਬ ਤੁਹਾਡੇ ਪ੍ਰਸ਼ਾਸਨ ਨੇ 24 ਨਵੰਬਰ ਨੂੰ ਬੇਰੁਜ਼ਗਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਆਉਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਤੁਹਾਡੇ ਨਾਲ ਗੱਲ ਕਰਕੇ ਕਿ ਕੈਬਨਿਟ ਮੀਟਿੰਗ ਦੇ ਵਿੱਚ ਤੁਹਾਡੀਆਂ ਮੰਗਾਂ ਸੰਬੰਧੀ ਏਜੰਡਾ ਪੇਸ਼ ਕਰਕੇ ਉਹ ਪ੍ਰਵਾਨਗੀ ਲਈ ਜਾਵੇਗੀ, ਤੁਹਾਡੀ ਭਰਤੀ ਕੀਤੀ ਜਾਵੇਗੀ। ਬੇਲੋੜੀ ਦੀਆਂ ਜੋ ਸੱਤਾਂ ਬੇਰੁਜ਼ਗਾਰ ਅਧਿਆਪਕਾਂ ਤੇ ਲਾਈਆਂ ਜਾ ਰਹੀਆਂ ਨੇ, ਆਉਣ ਵਾਲੀ ਭਰਤੀ ਦੇ ਉੱਪਰ ਲਾਈਆਂ ਜਾ ਰਹੀਆਂ ਨੇ, ਉਹਨੂੰ ਵਾਪਸ ਕਰਨ ਸੰਬੰਧੀ ਉਹਦੇ ਚ ਅਮੈਂਡਮੈਂਟ ਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਊਗਾ। ਸੁਖਵਿੰਦਰ ਸਿੰਘ ਜੀ, ਹੁਣ ਇਹਨਾਂ ਗੱਲਾਂ ਦਾ ਵਾਕਈ ਚ ਕੀ ਤੁਹਾਨੂੰ ਕੋਈ ਮਤਲਬ ਵਿਖਾਈ ਦਿੰਦਾ ਵਾ ਕਿ ਹੁਣ ਵੀ ਤੁਸੀਂ ਮੀਟਿੰਗਾਂ ਦੇ ਲਈ ਜ਼ੋਰ ਪਾਓਗੇ, ਕਿ ਹੁਣ ਵੀ ਤੁਸੀਂ ਕੋਈ ਮੀਟਿੰਗ ਕਰਨ ਦੇ ਵਾਕਈ ਚ ਆਪਣੇ ਆਪ ਨੂੰ ਸਮਝਦੇ ਹੋ ਕਿ ਮੀਟਿੰਗ ਦਾ ਕੋਈ ਸਿੱਟਾ ਨਿਕਲੇਗਾ? ਇੱਥੇ ਤਾਂ ਪ੍ਰਤੱਖ ਪ੍ਰਮਾਣ ਸਾਹਮਣੇ ਆ ਗਿਆ। ਵਿਜੇਂਦਰ ਸਿੰਗਲਾ ਭਾਵੇਂ ਤੁਹਾਨੂੰ ਮਿਲ ਕੇ ਹੁਣ 100 ਵਾਅਦੇ ਕਰ ਲੈਣ, ਮੁੱਖ ਮੰਤਰੀ ਮਿਲ ਕੇ 100 ਵਾਅਦੇ ਕਰ ਲੈਣ, ਕਿ ਸਮਝਦੇ ਹੋ ਕਿਸੇ ਵੀ ਵਾਅਦੇ ਦੇ ਉੱਪਰ ਹੁਣ ਭਰੋਸਾ ਕੀਤਾ ਜਾ ਸਕਦਾ ਹੈ? ਜਦ ਕੈਮਰੇ ਦੇ ਉੱਪਰ ਔਨ ਰਿਕਾਰਡ ਅਸੀਂ ਮੁੜ ਤੋਂ ਜਨਤਾ ਨੂੰ ਸੁਣਾਵਾਂਗੇ ਕਿ ਉਹਨਾਂ ਨੇ ਕਿਹੜੀ ਗੈਰ ਪਾਰਲੀਮਾਨੀ ਸ਼ਬਦਾਵਲੀ ਦੀ ਵਰਤੋਂ ਕੀਤੀ, ਕਿਹੜੀ ਗਾਲ ਕੱਢੀ ਤੇ ਕਿਸ ਢੰਗ ਨਾਲ ਉਹ ਡੀਐਸਪੀ ਨੂੰ ਕਹਿ ਰਹੇ ਨੇ ਕਿ ਨੌਨਸੈਂਸ ਕਰ ਰਹੇ ਨੇ, ਇਹਨਾਂ ਨੂੰ ਕੁੱਟੋ ਤੇ ਗੱਡੀ ਦੇ ਅੰਦਰ ਸੁੱਟੋ। ਤੁਹਾਨੂੰ ਲੱਗਦਾ ਹੈ ਭਰੋਸੇਯੋਗਤਾ ਰਹਿ ਜਾਂਦੀ ਹੈ ਵਿਜੇਂਦਰ ਸਿੰਗਲਾ ਦੀ ਜਾਂ ਫਿਰ ਸੂਬਾ ਸਰਕਾਰ ਦੀ? ਸਰ, ਇਹ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਉਠਾਉਣਗੇ ਹੁਣ, ਕਿਉਂਕਿ ਪਹਿਲੇ ਸਾਡੀ ਕੱਲਿਆਂ ਦੀ ਮੰਗ ਸੀ ਬੇਰੁਜ਼ਗਾਰਾਂ ਦੀ ਕਿ ਸਾਨੂੰ ਰੁਜ਼ਗਾਰ ਦਿੱਤਾ ਜਾਵੇ। ਜਿਹੜੀ ਸ਼ਬਦਾਵਲੀ ਜਿਹੜੇ ਤਰੀਕੇ ਦੇ ਨਾਲ ਸਿੱਖਿਆ ਮੰਤਰੀ ਸਾਹਿਬ ਪੇਸ਼ ਆਏ ਨੇ ਜਾਂ ਪੁਲਿਸ ਪ੍ਰਸ਼ਾਸਨ ਪੇਸ਼ ਆਇਆ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਸਮੁੱਚੇ ਲੋਕ ਸਵਾਲ ਕਰਨਗੇ ਤੇ ਜਦੋਂ ਪੰਜਾਬ ਦੀ ਜਨਤਾ ਇਸ ਗੱਲ ਵਾਸਤੇ ਸਵਾਲ ਕਰੂ, ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਇਹਨਾਂ ਨੂੰ ਆਪਣੀ ਸਾਰੀਆਂ ਵਧੀਕੀਆਂ ਵਾਪਸ ਲੈਣੀਆਂ ਪੈਣਗੀਆਂ, ਆਪਣੇ ਕੀਤੇ ਤੇ ਪਛਤਾਵਾ ਲਾਜ਼ਮੀ ਹੋਊਗਾ, ਬੇਰੁਜ਼ਗਾਰਾਂ ਦੀਆਂ ਮੰਗਾਂ ਲਾਜ਼ਮੀ ਮੰਨੀਆਂ ਜਾਣਗੀਆਂ। ਜੋ ਅੱਜ ਲੋਕਾਂ ਨਾਲ ਜੋ ਬੇਰੁਜ਼ਗਾਰਾਂ ਨਾਲ ਕੀਤਾ ਜਾ ਰਿਹਾ, ਇਹਦਾ ਖਮਿਆਜਾ ਵਿਜੇਂਦਰ ਸਿੰਗਲਾ ਨੂੰ, ਕਾਂਗਰਸ ਸਰਕਾਰ ਨੂੰ ਭੁਗਤਣਾ ਪੈਣਾ ਹੈ। ਜੀ ਸਰ, बेहद शुक्रिया सुखविंदर सिंह जी साडे नाल गलबात करन दे लई। पर एक बार मुड़ तो अपने दर्शकों को बयान जरूर सुनाना चाहांगे कि की कुछ कहंदे विखाई दिते सिक्ख्या मंत्री विजेंद्र सिंगला। एक मोटी जी गाल कढ़ के उन्होंने कहा डीएसपी नूं कि इन्हां अध्यापकां नूं कुट-कुट के अंदर क्यों नहीं सुट्टदे, ते डीएसपी भी अगों कह रहे हैं कि हुणे लो जनाब। एक बार मुड़ तो सुनाने तुहानूं बयान। मैं तो हुणे कर देंगे सर, इधर करो फिर इन्फॉर्म तो करो। व्हाट इज योर रीजन? दस्से है ये 10 गल है, आई डोंट नो अबाउट इट, दैट दिस नॉनसेंस इज हैपनिंग। ते मार मैं तो हुणे कर देंगे सर, इधर करो। ਤਾਂ ਬਰਨਾਲਾ 'ਚ ਸਿੱਖਿਆ ਮੰਤਰੀ ਦੇ ਸਾਹਮਣੇ ਮੁਜ਼ਾਹਰਾ ਕਰ ਰਹੇ ਸੀ ਬੇਰੁਜ਼ਗਾਰ ਅਧਿਆਪਕ। ਤੇ ਕਈ ਵਾਰ ਤੁਸੀਂ ਸੁਣਿਆ ਹੋਣਾ ਜਿਹੜਾ ਖਬਰਾਂ ਆਉਂਦੀਆਂ ਨੇ ਕਿ ਜਦ ਮੁਜ਼ਾਹਰਾਕਾਰੀ ਭਾਵੇਂ ਉਹ ਕਿਸਾਨ ਹੋਣ, ਭਾਵੇਂ ਉਹ ਅਧਿਆਪਕ ਹੋਣ, ਬੇਰੁਜ਼ਗਾਰ ਅਧਿਆਪਕ ਹੋਣ ਜਾਂ ਫਿਰ ਕਿਸੇ ਹੋਰ ਮਹਿਕਮੇ ਦੇ ਕੁਝ ਲੋਕ ਹੋਣ, ਜਦੋਂ ਕਹਿੰਦੇ ਨੇ ਕਿ ਸਰਕਾਰ ਨੇ ਹੁਣ ਇੱਕ ਨੀਤੀ ਫੜ ਲਈ ਹੈ ਕਿ ਕਿਸੇ ਨੂੰ ਮੁਜ਼ਾਹਰਾ ਕਰਨ ਦਾ ਜਾਂ ਫਿਰ ਪ੍ਰੋਟੈਸਟ ਕਰਨ ਦਾ ਵੀ ਅਧਿਕਾਰ ਨਹੀਂ ਹੈ। ਇਹ ਬਿਆਨਾਂ ਤੋਂ ਅਲਾਇਦਾ ਅੱਜ ਤਾਂ ਪ੍ਰਤੱਖ ਪ੍ਰਮਾਣ ਔਨ ਸਕਰੀਨ ਵਿਖਾਈ ਦੇ ਰਿਹਾ, ਔਨ ਰਿਕਾਰਡ ਹੈ ਕਿ ਵਿਜੇਂਦਰ ਸਿੰਗਲਾ ਕਹਿ ਰਹੇ ਨੇ ਕਿ ਮੁਜ਼ਾਹਰਾ ਜਿਹੜਾ ਨੌਨਸੈਂਸ ਹੈ। ਡੀਐਸਪੀ ਸਾਹਿਬ ਇਹਨਾਂ ਨੂੰ ਕੁੱਟੋ ਤੇ ਗੱਡੀ ਦੇ ਅੰਦਰ ਸੁੱਟੋ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਚੀਮਾ ਸਾਹਿਬ, ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ। ਸਿੱਧਾ ਤੁਹਾਡਾ ਪ੍ਰਤੀਕਰਮ ਲੈਣਾ ਚਾਹਾਂਗੇ ਕਿ ਵਾਕਈ 'ਚ ਕੋਈ ਭਰੋਸੇਯੋਗਤਾ ਹੁਣ ਰਹਿ ਜਾਂਦੀ ਹੈ ਕਿਸਾਨਾਂ ਵੱਲੋਂ ਕਹਿ ਲਓ ਜਾਂ ਫਿਰ ਅਧਿਆਪਕਾਂ ਵੱਲੋਂ ਕਹਿ ਲਓ, ਜਦ ਖੁਦ ਔਨ ਰਿਕਾਰਡ ਕੈਮਰੇ ਦੇ ਉੱਪਰ ਹੁਣ ਵਿਖਾਈ ਦੇ ਰਹੇ ਨੇ ਵਿਜੇਂਦਰ ਸਿੰਗਲਾ ਗਾਲਾਂ ਕੱਢ ਕੇ ਕਹਿ ਰਹੇ ਨੇ ਕਿ ਇਹਨਾਂ ਅਧਿਆਪਕਾਂ ਨੂੰ ਕੁੱਟ-ਕੁੱਟ ਕੇ ਗੱਡੀ 'ਚ ਕਿਉਂ ਨਹੀਂ ਸੁੱਟਦੇ? ਡੀਐਸਪੀ ਸਾਹਿਬ ਕੀ ਕਹਿਣਾ ਚਾਹੋਗੇ? ਚੀਮਾ ਸਾਹਿਬ, ਤਾਂ ਸ਼ਾਇਦ ਸਾਡਾ ਸੰਪਰਕ ਉਹਨਾਂ ਦੇ ਨਾਲ ਨਹੀਂ ਹੋ ਪਾ ਰਿਹਾ। ਮੁੜ ਤੋਂ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਪਰ ਇੱਕ ਵਾਰ ਮੁੜ ਤੋਂ ਤੁਹਾਨੂੰ ਦੱਸ ਦਈਏ, ਬਰਨਾਲਾ ਦੇ ਵਿੱਚ ਸਿੱਖਿਆ ਮੰਤਰੀ ਦਾ ਇੱਕ ਵੱਖਰਾ ਹੀ ਰੂਪ ਸਾਹਮਣੇ ਆਇਆ ਹੈ। ਅਕਸਰ ਕੈਮਰਿਆਂ ਦੇ ਸਾਹਮਣੇ ਬੜੇ ਹੀ ਸ਼ਲੀਨਤਾ ਦੇ ਨਾਲ ਹਿੰਦੀ ਅੰਗਰੇਜ਼ੀ ਮਿਕਸ ਕਰਕੇ ਉਹ ਇੰਝ ਬਿਆਨ ਦਿੰਦੇ ਨੇ ਜਿਸ ਤਰ੍ਹਾਂ ਉਹ ਖੁਦ ਬੜੇ ਪੜ੍ਹੇ ਲਿਖੇ ਹੋਣ। ਤਾਂ ਵਾਕਈ 'ਚ ਹੀ ਬੜਾ ਟੁਕਮਾ ਮਹਿਕਮਾ ਉਹਨਾਂ ਨੂੰ ਦਿੱਤਾ ਗਿਆ। ਪਰ ਅੱਜ ਉਹਨਾਂ ਦਾ ਸ਼ਾਇਦ ਕਹੀਏ ਦੂਜਾ ਰੂਪ ਜਾਂ ਫਿਰ ਅਸਲ ਰੂਪ ਕੈਮਰੇ ਦੇ ਵਿੱਚ ਕੈਦ ਹੋਇਆ, ਜਦ ਗਾਲਾਂ ਕੱਢਦੇ ਹੋਏ ਅਧਿਆਪਕਾਂ ਨੂੰ ਉਹ ਵਿਖਾਈ ਦਿੱਤੇ ਤੇ ਉਹਨਾਂ ਨੇ ਡੀਐਸਪੀ ਨੂੰ ਹੁਕਮ ਦਿੱਤੇ ਕਿ ਗੱਡੀ 'ਚ ਸੁੱਟੋ ਇਹਨਾਂ ਅਧਿਆਪਕਾਂ ਨੂੰ ਕੁੱਟ-ਕੁੱਟ ਕੇ। ਡਾਕਟਰ ਦਲਜੀਤ ਚੀਮਾ ਇੱਕ ਵਾਰ ਮੁੜ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਚੀਮਾ ਸਾਹਿਬ, ਸਿੱਧਾ ਪ੍ਰਤੀਕਰਮ ਚਾਹਾਂਗੇ ਤੁਹਾਡੇ ਕੋਲੋਂ ਕਿ ਵਾਕਈ 'ਚ ਸਮਝਦੇ ਹੋ ਕਿ ਇੱਕ ਸਿੱਖਿਆ ਮੰਤਰੀ ਦੇ ਮੂੰਹੋਂ ਅਜਿਹੀ ਸ਼ਬਦਾਵਲੀ ਔਰ ਪੰਜਾਬ ਸਰਕਾਰ ਦੀ ਭਰੋਸੇਯੋਗਤਾ ਹੁਣ ਕਿਸ ਪੱਧਰ ਤੱਕ ਪਹੁੰਚ ਚੁੱਕੀ ਹੈ ਇਸ ਬਿਆਨ ਦੇ ਨਸ਼ਰ ਹੋਣ ਤੋਂ ਬਾਅਦ? ਦੇਖੋ, ਅੱਗੇ
ਜਿਸ ਤਰ੍ਹਾਂ ਦਾ ਰਵੱਈਆ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਜੀ ਦਾ ਦੇਖਣ ਨੂੰ ਟੀਵੀ ਤੇ ਮਿਲਿਆ, ਇਹ ਬਹੁਤ ਹੀ ਸਾਰੇ ਪੰਜਾਬ ਵਾਸਤੇ ਇੱਕ ਸ਼ਰਮਸਾਰ ਕਰਨ ਵਾਲਾ ਵਰਤਾਰਾ, ਕਿਉਂਕਿ ਮੰਤਰੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਖਾਸ ਤੌਰ ਤੇ ਐਜੂਕੇਸ਼ਨ ਮਿਨਿਸਟਰ ਹੋਣਾ ਆਪਣੇ ਆਪ ਦੇ ਵਿੱਚ ਇੱਕ ਮਾਣ ਵਾਲੀ ਗੱਲ ਹੁੰਦੀ ਹੈ। ਬਿਲਕੁਲ। ਔਰ ਜੇ ਕੋਈ ਮਹਿਕਮੇ ਦੇ ਨਾਲ ਸੰਬੰਧਿਤ ਤੁਹਾਡੇ ਕੋਲ ਡਿਮਾਂਡ ਲੈ ਕੇ ਕੋਈ ਮਿਲਣਾ ਚਾਹੁੰਦੇ ਆ ਤਾਂ ਤੁਸੀਂ ਉੱਥੇ ਮਿਲ ਲਓ, ਜੇ ਨਹੀਂ ਤਾਂ ਉਹਨਾਂ ਨੂੰ ਕੋਈ ਤੁਹਾਡਾ ਸਟਾਫ ਟਾਈਮ ਦੇ ਸਕਦਾ ਹੈ। ਇਸ ਤਰ੍ਹਾਂ ਦਾ ਬਿਹੇਵੀਅਰ, ਇਸ ਤਰ੍ਹਾਂ ਦੇ ਆਰਡਰ ਦੇਣੇ, ਗਾਲਾਂ ਕੱਢਣੀਆਂ, ਇਹ ਕਿਸੇ ਵੀ ਤਰੀਕੇ ਜਿਹੜਾ ਇਹ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਹੁਣ ਇਹਨਾਂ ਮੰਤਰੀਆਂ ਨੂੰ ਲੱਗਦਾ ਕਿ ਲੋਕੀ ਗਲਤ ਗੱਲ ਕਰਦੇ ਆ, ਲੇਕਿਨ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹਨਾਂ ਨੇ ਪਿੰਡ ਜਾ ਕੇ ਨੌਜਵਾਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਘਰ ਘਰ ਨੌਕਰੀਆਂ ਦਿਆਂਗੇ। ਬਿਲਕੁਲ। ਹੁਣ ਜੇ ਕੁਆਲੀਫਾਈਡ ਬੱਚੇ, ਟੀ ਪਾਸ ਬੱਚੇ, ਜੇ ਉਹ ਆ ਕੇ ਤੁਹਾਡੇ ਅੱਗੇ ਫਰਿਆਦ ਕਰਦੇ ਆ ਤੇ ਤੁਸੀਂ ਨੌਕਰੀ ਨਹੀਂ ਦੇ ਰਹੇ, ਤਾਂ ਘੱਟੋ ਘੱਟ ਹਮਦਰਦੀ ਦੇ ਨਾਲ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਆਸ਼ਵਾਸਨ ਤਾਂ ਜ਼ਰੂਰ ਦਿਓ। ਪਰ ਜੋ ਰਵੱਈਆ ਮੰਤਰੀਆਂ ਦਾ ਇਹ ਬਹੁਤ ਹੀ ਹੈਂਕੜਬਾਜ਼ੀ ਵਾਲਾ ਤੇ ਬਹੁਤ ਹੀ ਮਾੜਾ ਹੈ, ਮੈਂ ਇਹਨੂੰ ਕੰਡੈਮ ਕਰਦਾ। ਔਰ ਵਿਜੇਂਦਰ ਸਿੰਗਲਾ ਜੀ ਨੂੰ ਚਾਹੀਦਾ ਹੈ ਕਿ ਸਿੱਖਿਆ ਮੰਤਰੀ ਹੁੰਦੇ ਹੋਏ ਇਹੋ ਜਿਹੀ ਭਾਸ਼ਾ ਵਰਤਣਾ, ਇਹਦਾ ਬੜਾ ਮਾੜਾ ਅਸਰ ਜਾਂਦਾ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫੀ ਮੰਗਣੀ ਚਾਹੀਦੀ। ਵਾਕਈ ਜੀ। ਚੀਮਾ ਸਾਹਿਬ, ਕੀ ਸਮਝਦੇ ਹੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ, ਹਾਲਾਂਕਿ ਹੋਰ ਵੀ ਕਈ ਅਜਿਹੇ ਮੰਤਰੀ ਨੇ, ਭਾਵੇਂ ਉਹ ਸੁੱਖੀ ਰੰਧਾਵਾ ਹੋਣ ਜਾਂ ਫਿਰ ਹੋਰ ਵੀ ਕਈ ਵਾਰ ਉਹਨਾਂ ਦੇ ਕੋਲ ਸ਼ਿਕਾਇਤਾਂ ਪਹੁੰਚਦੀਆਂ ਨੇ, ਪਰ ਮੁੱਖ ਮੰਤਰੀ ਕੋਈ ਵੀ ਐਕਸ਼ਨ ਨਹੀਂ ਲੈਂਦੇ। ਕੀ ਸਮਝਿਆ ਜਾ ਸਕਦਾ ਵੈ ਕਿ ਮੁੱਖ ਮੰਤਰੀ ਦੀ ਜਿਹੜੀ ਰੈਕਲੈਸਨੈਸ ਹੈ, ਜਿਹੜੀ ਹੈ ਬੇਪਰਵਾਹੀ ਹੈ, ਉਹੀ ਸ਼ਾਇਦ ਅਜਿਹੇ ਮੰਤਰੀਆਂ ਨੂੰ ਹੁੰਗਾਰਾ ਦੇ ਰਹੀ ਹੈ ਕਿ ਤੁਸੀਂ ਜੋ ਮਰਜ਼ੀ ਕਰੋ, ਉਹਨਾਂ ਦੇ ਉੱਪਰ ਪੁੱਛਣ ਵਾਲਾ ਹੀ ਕੋਈ ਨਹੀਂ? ਦੇਖੋ, ਮੁੱਖ ਮੰਤਰੀ ਸਾਹਿਬ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ, ਉਹਨਾਂ ਕੋਲੇ ਆਪ ਮੁੱਖ ਮੰਤਰੀ ਦੀਆਂ ਡਿਊਟੀਆਂ ਨਿਭਾਉਣ ਵਾਸਤੇ ਸਮਾਂ ਨਹੀਂ ਹੈ। ਤੁਸੀਂ ਦੂਜੇ ਨੂੰ ਤਾਂ ਕੁਝ ਕਹਿ ਸਕੋਗੇ ਜੇ ਆਪ ਤੁਸੀਂ ਰੋਲ ਮਾਡਲ ਬਣ ਕੇ ਤੇ ਬਹੁਤ ਅੱਗੇ ਹੋ ਕੇ ਜਿਹੜਾ ਕੰਮ ਕਰੋ, ਫਿਰ ਤੁਸੀਂ ਦੂਜੇ ਨੂੰ ਕਿਸੇ ਨੂੰ ਟੋਕ ਸਕੋਗੇ। ਇਹ ਸਰਕਾਰ ਦੇ ਵਿੱਚ ਤਾਂ ਰੱਬ ਦੀ ਰੱਖਾ ਹੈ, ਕਿਉਂਕਿ ਨਾ ਮੰਤਰੀ ਸਾਹਿਬਾਨਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਦਾ ਕੰਟਰੋਲ ਹੈ। ਐਮਐਲਏ ਕਹਿੰਦੇ ਕਿ ਸਾਨੂੰ ਨਾ ਕੋਈ ਮੰਤਰੀ ਮਿਲਦਾ, ਨਾ ਕੋਈ ਮੁੱਖ ਮੰਤਰੀ ਮਿਲਦਾ, ਇਸ ਕਰਕੇ ਨਾ ਪ੍ਰਸ਼ਾਸਨ ਕਿਸੇ ਨੂੰ ਜਵਾਬਦੇਹ ਆ। ਔਰ ਜਿਹੜਾ ਸ਼ਿਕਾਇਤ ਨਿਵਾਰਨ ਦਾ ਇੱਕ ਬਹੁਤ ਵੱਡਾ ਕੰਮ ਹੁੰਦਾ ਸਰਕਾਰ ਦਾ, ਇਹਨਾਂ ਕੋਲੇ ਕਿਸੇ ਕੋਲੇ ਸਮਾਂ ਹੀ ਨਹੀਂ ਕਿ ਕਿਸ ਤਰੀਕੇ ਲੋਕਾਂ ਦੀਆਂ ਗ੍ਰੀਵੈਂਸ ਜਿਹੜੀਆਂ ਉਹਨੂੰ ਰਿਡਰੈਸ ਕੀਤਾ ਜਾਵੇ। ਸਾਰੇ ਸਿਸਟਮ ਹੀ ਬੰਦ ਕਰਕੇ ਬੈਠੇ, ਇਸੇ ਕਰਕੇ ਇੰਨੀ ਰੈਸਟਲੈਸਨੈਸ ਹੈ। ਬਿਲਕੁਲ। ਸ਼ਿਕਾਇਤਾਂ ਤਾਂ ਕੀ ਸੁਣਨੀਆਂ, ਇੱਥੇ ਤਾਂ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਕਰਨ ਦਾ ਹੱਕ ਵੀ ਲੱਗਦਾ ਹੁਣ ਪੰਜਾਬ ਦੇ ਵਿੱਚ ਜਨਤਾ ਨੂੰ ਨਹੀਂ ਰਹਿ ਗਿਆ। ਬੇਹੱਦ ਸ਼ੁਕਰੀਆ, ਧੰਨਵਾਦ ਚੀਮਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਪਰ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਬਿਆਨ ਜ਼ਰੂਰ ਸੁਣਾਉਣਾ ਚਾਹਾਂਗੇ, ਉਹ ਸ਼ਬਦਾਵਲੀ ਜਿਹੜੀ ਸਪਸ਼ਟ ਤੌਰ ਤੇ ਤਾਂ ਅਸੀਂ ਤੁਹਾਨੂੰ ਨਹੀਂ ਸੁਣਾ ਸਕਦੇ ਕਿਉਂਕਿ ਇਸ ਦੇ ਵਿੱਚ ਗੈਰ ਪਾਰਲੀਮਾਨੀ ਸ਼ਬਦ ਵਰਤੇ ਗਏ ਨੇ, ਪਰ ਮੁੜ ਤੋਂ ਤੁਹਾਨੂੰ ਸੁਣਾਉਂਦੇ ਹਾਂ ਵਿਜੇਂਦਰ ਸਿੰਗਲਾ ਕਿਹੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਵਿਖਾਈ ਦਿੱਤੇ। ਲਾਈਵ ਆਰਡਰ ਡੀਐਸਪੀ ਨੂੰ ਦਿੰਦੇ ਵਿਖਾਈ ਦਿੱਤੇ ਕਿ ਟੀਚਰਾਂ ਨੂੰ ਕੁੱਟ-ਕੁੱਟ ਕੇ ਗੱਡੀ ਦੇ ਅੰਦਰ ਸੁੱਟੋ। ਇੱਕ ਵਾਰ ਮੁੜ ਤੋਂ ਸੁਣਾਉਂਦੇ ਹਾਂ ਤੁਹਾਨੂੰ ਬਿਆਨ। ਇਨਫੋਰਮ ਤਾਂ ਕਰੋ, ਵਾਟ ਇਜ਼ ਯੋਰ ਮੈਨੂੰ ਦੱਸਿਆ ਹੈ ਇਹ 10 ਗੱਲ ਹੈ, ਆਈ ਡੋਨਟ ਨੋ ਅਬਾਊਟ ਇਟ, ਕਹਿੰਦੇ ਦਿਸ ਨੌਨਸੈਂਸ ਇਜ਼ ਹੈਪਨਿੰਗ ਤੇ ਮਾਰ ਮੈਂ ਤਾਂ ਹੁਣੇ ਕਰ ਦਿੰਦੇ ਸਰ, ਇੱਥੇ ਕਰੋਗੇ